ਸਤਿ ਸ਼੍ਰੀ ਅਕਾਲ। ਮੈਂ ਜਤਿੰਦਰ ਸਿੰਘ ਖਹਿਰਾ, ਤੁਸੀਂ ਦੇਖ ਰਹੇ ਹੋ ਪੰਜਾਬ ਮੇਲ ਯੂਐਸਏ। ਖਬਰਾਂ ਦੇ ਇਸ ਬੁਲੇਟਿਨ 'ਚ ਤੁਹਾਡਾ ਸਵਾਗਤ ਹੈ। ਨਿਗਾਹ ਮਾਰਦੇ ਹਾਂ ਚੋਣਵੀਆਂ ਖਬਰਾਂ ਤੇ। ਬਾਈਡਨ ਨੇ ਯੂਕਰੇਨ ਦੀ ਮਦਦ ਕਰਨ ਦਾ ਲਿਆ ਅਹਿਦ, ਰੂਸ ਨੂੰ ਦਿੱਤੀ ਵੱਡੀ ਚੇਤਾਵਨੀ। ਜੰਗ ਨੇ ਵਿਗਾੜੇ ਰੂਸ ਦੇ ਹਾਲਾਤ, ਸੋਨੇ ਅਤੇ ਬਿਟਕੋਇਨ ਲਈ ਕੁਦਰਤੀ ਗੈਸ ਵੇਚਣ ਦੀ ਤਿਆਰੀ 'ਚ। ਯੇਲੈਂਸਕੀ ਨੇ ਯੂਕਰੇਨ ਨੂੰ ਯੂਰਪੀਅਨ ਯੂਨੀਅਨ 'ਚ ਜਲਦ ਸ਼ਾਮਲ ਕਰਨ ਦੀ ਕੀਤੀ ਅਪੀਲ। ਰੂਸ ਨੂੰ G20 ਤੋਂ ਬਾਹਰ ਕਰਨਾ ਚਾਹੁੰਦਾ ਹੈ ਅਮਰੀਕਾ। ਯੂਕਰੇਨ 'ਚ ਮਨੁੱਖੀ ਸੰਕਟ ਲਈ ਰੂਸ ਜ਼ਿੰਮੇਵਾਰ, ਸੰਯੁਕਤ ਰਾਸ਼ਟਰ। ਚੀਨ 'ਚ ਹਾਦਸਾਗ੍ਰਸਤ ਹੋਏ ਜਹਾਜ਼ ਦੇ ਬਲੈਕ ਬਾਕਸ ਨੂੰ ਜਾਂਚ ਲਈ ਲੈਬੋਰੇਟਰੀ ਭੇਜਿਆ ਗਿਆ। ਅਮਰੀਕਾ 'ਚ ਨਵੀਂ ਪ੍ਰਕਿਰਿਆ ਨਾਲ ਸ਼ਰਨਾਰਥੀ ਮਾਮਲਿਆਂ ਦਾ ਜਲਦ ਹੋਵੇਗਾ ਨਿਪਟਾਰਾ। ਤੇ ਹੁਣ ਖਬਰਾਂ ਵਿਸਤਾਰ ਨਾਲ। ਅਮਰੀਕਾ ਦੇ ਰਾਸ਼ਟਰਪਤੀ ਜੋ ਬਾਈਡਨ ਅਤੇ ਉਹਨਾਂ ਦੇ ਪੱਛਮੀ ਸਹਿਯੋਗੀਆਂ ਨੇ ਯੂਕਰੇਨ ਉੱਤੇ ਰੂਸ ਦੇ ਹਮਲੇ ਦੇ ਜਵਾਬ ਵਿੱਚ ਉਸ ਤੇ ਨਵੀਆਂ ਪਾਬੰਦੀਆਂ ਲਗਾਉਣ ਅਤੇ ਯੁੱਧ ਪ੍ਰਭਾਵਿਤ ਦੇਸ਼ ਨੂੰ ਮਨੁੱਖੀ ਸਹਾਇਤਾ ਪ੍ਰਦਾਨ ਕਰਨ ਦਾ ਸੰਕਲਪ ਲਿਆ ਹੈ। ਇਹ ਸਹਾਇਤਾ ਹਾਲਾਂਕਿ ਯੂਕਰੇਨ ਦੇ ਰਾਸ਼ਟਰਪਤੀ ਵਲੋਦੀਮੀਰ ਜ਼ੈਲੈਂਸਕੀ ਦੀ ਮਜ਼ਬੂਤ ਮਿਲਟਰੀ ਸਹਾਇਤਾ ਦੀ ਮੰਗ ਨੂੰ ਪੂਰਾ ਨਹੀਂ ਕਰਦੀ। ਬਾਈਡਨ ਨੇ ਘੋਸ਼ਣਾ ਕੀਤੀ ਕਿ ਅਮਰੀਕਾ 1 ਲੱਖ ਯੂਕਰੇਨੀ ਸ਼ਰਨਾਰਥੀਆਂ ਦਾ ਸਵਾਗਤ ਕਰੇਗਾ ਅਤੇ ਜੋ ਭੋਜਨ, ਦਵਾਈ, ਪਾਣੀ ਅਤੇ ਹੋਰ ਸਪਲਾਈ ਲਈ $1 ਅਰਬ ਵਾਧੂ ਦੇਵੇਗਾ। ਪੱਛਮੀ ਨੇਤਾਵਾਂ ਨੇ ਵੀਰਵਾਰ ਨੂੰ ਰੂਸ ਦੇ ਹਮਲੇ ਦਾ ਮੁਕਾਬਲਾ ਕਰਨ ਲਈ ਅਗਲੇਰੀ ਕਾਰਵਾਈ ਬਾਰੇ ਚਰਚਾ ਕੀਤੀ। ਇਸ ਦੇ ਨਾਲ ਹੀ ਇਸ ਗੱਲ ਤੇ ਵੀ ਵਿਚਾਰ ਕੀਤਾ ਗਿਆ ਕਿ ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਦੇ ਰਸਾਇਣਿਕ, ਜੈਵਿਕ ਜਾਂ ਪਰਮਾਣੂ ਹਥਿਆਰ ਦੀ ਤੈਨਾਤੀ ਕਰਨ ਦੀ ਸਥਿਤੀ ਵਿੱਚ ਕੀ ਕਾਰਵਾਈ ਕੀਤੀ ਜਾਵੇਗੀ। ਬ੍ਰੇਲਜ਼ ਵਿੱਚ ਯੂਕਰੇਨ ਮੁੱਦੇ ਤੇ ਉੱਤਰੀ ਅਟਲਾਂਟਿਕ ਸੰਧੀ ਸੰਗਠਨ ਨਾਟੋ ਯਾਨੀ ਕਿ 7 ਉਦਯੋਗਿਕ ਦੇਸ਼ਾਂ ਦੇ ਸਮੂਹ ਅਤੇ 27 ਮੈਂਬਰੀ ਯੂਰਪੀਅਨ ਕਾਉਂਸਲ ਨੇ ਇੱਕ ਐਮਰਜੈਂਸੀ ਮੀਟਿੰਗ ਕੀਤੀ। ਇਹਨਾਂ ਮੀਟਿੰਗ ਤੋਂ ਬਾਅਦ ਬਾਈਡਨ ਨੇ ਸ਼ਾਮ ਨੂੰ ਇੱਕ ਨਿਊਜ਼ ਕਾਨਫਰੰਸ ਵਿੱਚ ਚੇਤਾਵਨੀ ਦਿੱਤੀ ਕਿ ਰੂਸ ਵੱਲੋਂ ਰਸਾਇਣਿਕ ਹਮਲੇ ਦਾ ਉਸੇ ਤਰ੍ਹਾਂ ਜਵਾਬ ਦਿੱਤਾ ਜਾਵੇਗਾ। ਬਾਈਡਨ ਨੇ ਕਿਹਾ ਕਿ ਤੁਸੀਂ ਪੁੱਛ ਰਹੇ ਹੋ ਕਿ ਨਾਟੋ ਕਾਰਵਾਈ ਕਰੇਗਾ ਜਾਂ ਨਹੀਂ, ਅਸੀਂ ਸਮਾਂ ਆਉਣ ਤੇ ਫੈਸਲਾ ਕਰਾਂਗੇ। ਵਾਈਟ ਹਾਊਸ ਦੇ ਇੱਕ ਅਧਿਕਾਰੀ ਨੇ ਆਪਣਾ ਨਾਂ ਗੁਪਤ ਰੱਖਣ ਦੀ ਸ਼ਰਤ ਤੇ ਕਿਹਾ ਕਿ ਇਸ ਦਾ ਮਤਲਬ ਹੈ ਕਿ ਯੂਕਰੇਨ 'ਚ ਸਿੱਧੀ ਫੌਜੀ ਕਾਰਵਾਈ ਦੇ ਖਿਲਾਫ ਅਮਰੀਕਾ ਦੇ ਰੁਖ 'ਚ ਕੋਈ ਬਦਲਾਅ ਨਹੀਂ ਹੋਇਆ। ਰੂਸ ਦੀ ਕਾਂਗਰੈਸ਼ਨਲ ਐਨਰਜੀ ਕਮੇਟੀ ਦੇ ਚੇਅਰਮੈਨ ਪਾਵੇਲ ਜ਼ਵਾਲਨੀ ਨੇ ਵੀਰਵਾਰ ਨੂੰ ਇੱਕ ਨਿਊਜ਼ ਕਾਨਫਰੰਸ ਵਿੱਚ ਕਿਹਾ ਰੂਸ ਆਪਣੇ ਕੁਦਰਤੀ ਸਰੋਤਾਂ ਨੂੰ ਨਿਰਯਾਤ ਕਰਨ ਲਈ ਬਿਟਕੋਇਨ ਨੂੰ ਸਵੀਕਾਰ ਕਰਨ ਲਈ ਖੁੱਲ੍ਹਾ ਹੈ। ਜ਼ਵਾਲਨੀ ਨੇ ਸਪਸ਼ਟ ਕੀਤਾ ਕਿ ਰੂਸ ਆਪਣੇ ਕਾਰੋਬਾਰ ਨੂੰ ਵਧਾਉਣਾ ਅਤੇ ਨਿਰਯਾਤ ਨੂੰ ਉਤਸ਼ਾਹਿਤ ਤੱਕਣ ਲਈ ਵੱਖ-ਵੱਖ ਮੁਦਰਾਵਾਂ ਨੂੰ ਸਵੀਕਾਰ ਕਰਨ ਲਈ ਖੁੱਲ੍ਹਾ ਹੈ। ਇਹ ਲੈਣ ਦੇਣ ਕੁਦਰਤੀ ਗੈਸ ਤੋਂ ਸ਼ੁਰੂ ਹੋ ਕੇ ਖਰੀਦਦਾਰੀ ਦੀ ਤਰਜੀਹ ਭੁਗਤਾਨ ਵਿਧੀ ਤੇ ਨਿਰਭਰ ਕਰੇਗਾ। ਹਾਲਾਂਕਿ ਚੇਅਰਮੈਨ ਨੇ ਕਿਹਾ ਕਿ ਸ਼ਰਤਾਂ ਆਯਾਤ ਕਰਨ ਵਾਲੇ ਦੇਸ਼ ਦੇ ਰੂਸ ਨਾਲ ਵਿਦੇਸ਼ੀ ਸਬੰਧਾਂ ਦੀ ਸਥਿਤੀ ਤੇ ਨਿਰਭਰ ਕਰੇਗੀ। ਜ਼ਵਾਲਨੀ ਨੇ ਪ੍ਰੈਸ ਕਾਨਫਰੰਸ ਵਿੱਚ ਕਿਹਾ ਕਿ ਜਦੋਂ ਚੀਨ ਜਾਂ ਤੁਰਕੀ ਵਰਗੇ ਸਾਡੇ ਦੋਸਤ ਦੇਸ਼ਾਂ ਦੀ ਗੱਲ ਆਉਂਦੀ ਹੈ ਜੋ ਸਾਡੇ ਤੇ ਦਬਾਅ ਨਹੀਂ ਪਾਉਂਦੇ ਹਨ ਤਾਂ ਅਸੀਂ ਉਹਨਾਂ ਨੂੰ ਕੁਝ ਸਮੇਂ ਤੋਂ ਰੂਬਲ ਅਤੇ ਯੂਆਨ ਵਰਗੀਆਂ ਰਾਸ਼ਟਰੀ ਮੁਦਰਾਵਾਂ ਤੇ ਭੁਗਤਾਨ ਬਦਲਣ ਦੀ ਪੇਸ਼ਕਸ਼ ਕਰ ਰਹੇ ਹਾਂ। ਤੁਰਕੀ ਦੇ ਨਾਲ ਹੀ ਲੀਰਾ ਅਤੇ ਰੂਬਲ ਵਿੱਚ ਹੋ ਸਕਦਾ ਹੈ, ਇਸ ਲਈ ਵੱਖ-ਵੱਖ ਮੁਦਰਾਵਾਂ ਹੋ ਸਕਦੀਆਂ ਹਨ ਅਤੇ ਇਹ ਇੱਕੋ ਮਿਆਰੀ ਅਭਿਆਸ ਹੈ। ਜੇਕਰ ਉਹ ਬਿਟਕੋਇਨ ਚਾਹੁੰਦੇ ਹਨ ਤਾਂ ਅਸੀਂ ਬਿਟਕੋਇਨ ਵਿੱਚ ਵਪਾਰ ਕਰਾਂਗੇ। ਜ਼ਵਾਲਨੀ ਦਾ ਬਿਆਨ ਬੁੱਧਵਾਰ ਨੂੰ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਦੀਆਂ ਟਿੱਪਣੀਆਂ ਤੋਂ ਬਾਅਦ ਆਇਆ ਜਿਸ ਵਿੱਚ ਮੰਗ ਕੀਤੀ ਸੀ ਕਿ ਗੈਸ ਲਈ ਰੂਬਲ ਵਿੱਚ ਭੁਗਤਾਨ ਕਰਨ। ਪੁਤਿਨ ਦਾ ਸੰਦੇਸ਼ ਸਪਸ਼ਟ ਸੀ ਪਰ ਇਹ ਅਸਪਸ਼ਟ ਹੈ ਕਿ ਰੂਸ ਯੂਰੋ ਵਿੱਚ ਸਹਿਮਤ ਮੌਜੂਦਾ ਇਕਰਾਰਨਾਮੇ ਨੂੰ ਇੱਕ ਪਾਸਵਰਡ ਰੂਪ ਵਿੱਚ ਬਦਲ ਸਕਦਾ ਹੈ ਜਾਂ ਨਹੀਂ। ਜ਼ਵਾਲਨੀ ਦਾ ਬਿਆਨ ਬੁੱਧਵਾਰ ਨੂੰ ਰਾਸ਼ਟਰਪਤੀ ਦੀ ਟਿੱਪਣੀ ਤੋਂ ਬਾਅਦ ਆਉਣਾ ਹੀ ਆਪਣੇ ਆਪ ਦੇ ਵਿੱਚ ਸਵਾਲ ਖੜਾ ਕਰਦਾ ਹੈ। ਸਟੇਟ ਡੂਮਾ ਦੀ ਊਰਜਾ ਕਮੇਟੀ ਦੇ ਚੇਅਰਮੈਨ ਪੁਤਿਨ ਦੇ ਫੈਸਲੇ ਦੀ ਹਮਾਇਤ ਕੀਤੀ ਹੈ ਅਤੇ ਕਿਹਾ ਕਿ ਦੇਸ਼ ਨੂੰ ਵੀ ਸੋਨਾ ਸਵੀਕਾਰ ਕਰਨਾ ਚਾਹੀਦਾ ਹੈ। ਜ਼ਵਾਲਨੀ ਨੇ ਕਿਹਾ ਕਿ ਜਦੋਂ ਅਸੀਂ ਪੱਛਮੀ ਦੇਸ਼ਾਂ ਨਾਲ ਆਦਾਨ ਪ੍ਰਦਾਨ ਕਰਦੇ ਹਾਂ ਉਹਨਾਂ ਨੂੰ ਸਖਤ ਪੈਸਾ ਦੇਣਾ ਚਾਹੀਦਾ ਹੈ ਅਤੇ ਹਾਰਡ ਪੈਸਾ ਸੋਨਾ ਹੈ ਜਾਂ ਉਹਨਾਂ ਨੂੰ ਉਹਨਾਂ ਮੁਦਰਾਵਾਂ ਵਿੱਚ ਅਦਾ ਕਰਨਾ ਪੈਂਦਾ ਹੈ ਜੋ ਸਾਡੇ ਲਈ ਸੁਵਿਧਾਜਨਕ ਹਨ ਅਤੇ ਉਹ ਰਾਸ਼ਟਰੀ ਮੁਦਰਾ ਹੈ ਰੂਬਲ। ਇਹ ਸਾਡਾ ਦੋਸਤਾਨਾ ਦੇਸ਼ਾਂ ਨਾਲ ਸੰਬੰਧਿਤ ਹੈ। ਜ਼ਵਾਲਨੀ ਦਾ ਬਿਆਨ ਬੁੱਧਵਾਰ ਨੂੰ ਆਉਣਾ ਹੈ ਔਰ ਉਸ ਬਿਆਨ ਤੋਂ ਬਾਅਦ ਇਹ ਲਗਾਤਾਰ ਅੰਤਰਰਾਸ਼ਟਰੀ ਮਾਰਕੀਟ ਦੇ ਵਿੱਚ ਹਲਚਲ ਸ਼ੁਰੂ ਹੋ ਗਈ ਹੈ। ਯੂਕਰੇਨ ਦੇ ਰਾਸ਼ਟਰਪਤੀ ਵਲੋਦੀਮੀਰ ਜ਼ੈਲੈਂਸਕੀ ਨੇ ਯੂਕਰੇਨ ਦਾ ਸਾਥ ਦੇਣ ਅਤੇ ਰੂਸ ਤੇ ਪਾਬੰਦੀਆਂ ਲਗਾਉਣ ਲਈ ਯੂਰਪੀਅਨ ਯੂਨੀਅਨ ਦੇ ਨੇਤਾਵਾਂ ਦਾ ਧੰਨਵਾਦ ਕੀਤਾ। ਇਹਨਾਂ ਪਾਬੰਦੀਆਂ ਵਿੱਚ ਨਵੀਂ ਨੋਰਡ ਸਟਰੀਮ 2 ਪਾਈਪਲਾਈਨ ਜ਼ਰੀਏ ਰੂਸ ਨੂੰ ਯੂਰਪ ਵਿੱਚ ਕੁਦਰਤੀ ਗੈਸ ਪਹੁੰਚਾਉਣ ਤੋਂ ਰੋਕਣ ਦਾ ਜਰਮਨੀ ਦਾ ਫੈਸਲਾ ਵੀ ਸ਼ਾਮਲ ਹੈ। ਜ਼ੈਲੈਂਸਕੀ ਨੇ ਹਾਲਾਂਕਿ ਇਹਨਾਂ ਕਦਮਾਂ ਨੂੰ ਪਹਿਲਾਂ ਨਾ ਚੁੱਕੇ ਜਾਣ ਤੇ ਅਫਸੋਸ ਜਤਾਇਆ ਅਤੇ ਕਿਹਾ ਕਿ ਅਜਿਹਾ ਕਰਨ ਤੇ ਰੂਸ ਹਮਲਾ ਕਰਨ ਤੋਂ ਪਹਿਲਾਂ 2 ਵਾਰ ਸੋਚਦਾ। ਬ੍ਰੇਲਜ਼ ਵਿੱਚ ਵੀਰਵਾਰ ਨੂੰ ਯੂਰਪੀਅਨ ਯੂਨੀਅਨ ਦੀ ਬੈਠਕ ਦੌਰਾਨ ਜ਼ੈਲੈਂਸਕੀ ਨੇ ਕੀਵ ਤੋਂ ਵੀਡੀਓ ਜ਼ਰੀਏ ਮੌਜੂਦਾ ਨੇਤਾਵਾਂ ਨੂੰ ਯੂਕਰੇਨ ਨੂੰ ਯੂਨੀਅਨ ਵਿੱਚ ਸ਼ਾਮਲ ਕਰਨ ਦੀ ਬੇਨਤੀ ਤੇ ਤੇਜ਼ੀ ਨਾਲ ਕਾਰਵਾਈ ਕਰਨ ਦੀ ਵੀ ਅਪੀਲ ਕੀਤੀ ਹੈ। ਮੈਂ ਤੁਹਾਨੂੰ ਦੇਰੀ ਨਾ ਕਰਨ ਦੀ ਬੇਨਤੀ ਕਰਦਾ ਹਾਂ, ਸਾਡੇ ਲਈ ਇਹੀ ਇੱਕ ਮੌਕਾ ਹੈ। ਉਹਨਾਂ ਨੇ ਜਰਮਨੀ ਅਤੇ ਖਾਸ ਕਰਕੇ ਹੰਗਰੀ ਨੂੰ ਯੂਕਰੇਨ ਦੀ ਇਸ ਕੋਸ਼ਿਸ਼ ਨੂੰ
ਨਾ ਰੋਕਣ ਦੀ ਵੀ ਅਪੀਲ ਕੀਤੀ। ਯੈਲੈਂਸਕੀ ਨੇ ਹੰਗਰੀ ਦੇ ਰਾਸ਼ਟਰਪਤੀ ਵਿਕਟਰ ਉਰਬਾਨ ਨੂੰ ਕਿਹਾ ਕਿ ਵਿਕਟਰ, ਕੀ ਤੁਹਾਨੂੰ ਪਤਾ ਹੈ ਮਾਰੀਓਪੋਲ ਵਿੱਚ ਕੀ ਹੋ ਰਿਹਾ ਹੈ? ਮੈਂ ਚਾਹੁੰਦਾ ਹਾਂ ਕਿ ਤੁਸੀਂ ਫੈਸਲਾ ਕਰੋ ਕਿ ਤੁਸੀਂ ਕਿਸ ਨਾਲ ਹੋ। ਯੂਰਪੀਅਨ ਯੂਨੀਅਨ ਵਿੱਚ ਸ਼ਾਮਲ ਦੇਸ਼ਾਂ ਦੇ ਨੇਤਾਵਾਂ ਵਿੱਚੋਂ ਉਰਬਾਨ ਨੂੰ ਰੂਸੀ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਦੀ ਬੇਹੱਦ ਕਰੀਬੀ ਮੰਨਿਆ ਜਾਂਦਾ ਹੈ। ਯੈਲੈਂਸਕੀ ਨੇ ਕਿਹਾ ਕਿ ਯੂਕਰੇਨ ਨਿਸ਼ਚਿਤ ਤੌਰ ਤੇ ਰੂਸ ਦੇ ਨਾਲ ਨਿਰਣਾਇਕ ਪਲ ਵਿੱਚ ਹੈ ਅਤੇ ਜਰਮਨੀ ਨਿਸ਼ਚਿਤ ਤੌਰ ਤੇ ਸਾਡੇ ਨਾਲ ਆਵੇਗਾ। ਅਮਰੀਕੀ ਰਾਸ਼ਟਰਪਤੀ ਜੋ ਬਾਈਡਨ ਨੇ ਕਿਹਾ ਕਿ ਉਹ ਚਾਹੁੰਦੇ ਸਨ ਕਿ ਰੂਸ G20 ਤੋਂ ਬਾਹਰ ਕਰ ਦਿੱਤਾ ਜਾਵੇ। ਯੂਕਰੇਨ ਦੇ ਰੂਸ ਦੇ ਹਮਲੇ ਨੂੰ ਲੈ ਕੇ ਨਾਟੋ ਦੀ ਐਮਰਜੈਂਸੀ ਬੈਠਕਾਂ ਤੋਂ ਬਾਅਦ ਬ੍ਰੇਲਸ ਵੀਰਵਾਰ ਨੂੰ ਬਾਈਡਨ ਨੇ ਉਕਤ ਟਿੱਪਣੀ ਕੀਤੀ। G20 ਔਰ G19 ਦੇਸ਼ਾਂ ਦੀ ਅਤੇ ਯੂਰਪੀਅਨ ਯੂਨੀਅਨ ਦਾ ਅੰਤਰ ਸਰਕਾਰੀ ਮੰਚ ਹੈ ਜੋ ਕਿ ਮੁੱਖ ਗਲੋਬਲ ਮੁੱਦਿਆਂ ਤੇ ਕੰਮ ਕਰਦਾ ਹੈ। ਬਾਈਡਨ ਨੇ ਕਿਹਾ ਕਿ ਉਹਨਾਂ ਨੇ ਵੀਰਵਾਰ ਨੂੰ ਹੋਰ ਗਲੋਬਲ ਨੇਤਾਵਾਂ ਨਾਲ ਮੁੱਦਾ ਚੁੱਕਿਆ ਹੈ। ਉਹਨਾਂ ਕਿਹਾ ਕਿ ਉਹ ਚਾਹੁੰਦੇ ਹਨ ਕਿ ਸਮੂਹ ਤੋਂ ਰੂਸ ਨੂੰ ਬਾਹਰ ਕੀਤਾ ਜਾਵੇ। ਜੇਕਰ ਇਸ ਨਾਲ ਇੰਡੋਨੇਸ਼ੀਆ ਅਤੇ ਹੋਰ ਅਸਹਿਮਤੀ ਹੋਣਗੇ ਤਾਂ ਉਹ ਕਹਿਣਗੇ ਕਿ ਯੂਕਰੇਨ ਦੇ ਨੇਤਾਵਾਂ ਨੂੰ ਗੱਲਬਾਤ 'ਚ ਸ਼ਾਮਲ ਹੋਣ ਦੀ ਇਜਾਜ਼ਤ ਦਿੱਤੀ ਜਾਵੇ। ਬਾਈਡਨ ਅਤੇ ਪੱਛਮੀ ਸਹਿਯੋਗੀਆਂ ਨੇ ਵੀਰਵਾਰ ਨੂੰ ਰੂਸ ਤੇ ਨਵੀਆਂ ਪਾਬੰਦੀਆਂ ਲਾਉਣ ਅਤੇ ਯੂਕਰੇਨ ਨੂੰ ਮਨੁੱਖੀ ਸਹਾਇਤਾ ਦਾ ਨਵਾਂ ਸੰਕਲਪ ਵੀ ਦੇਣ ਦਾ ਐਲਾਨ ਕੀਤਾ। ਸੰਯੁਕਤ ਰਾਸ਼ਟਰ ਮਹਾਸਭਾ ਨੇ ਭਾਰੀ ਸਹਿਮਤੀ ਨਾਲ ਇੱਕ ਪ੍ਰਸਤਾਵ ਪਾਸ ਕਰਕੇ ਯੂਕਰੇਨ 'ਚ ਮਨੁੱਖੀ ਸੰਕਟ ਲਈ ਰੂਸ ਨੂੰ ਦੋਸ਼ੀ ਠਹਿਰਾਇਆ ਹੈ। ਪ੍ਰਸਤਾਵ 'ਚ ਤੁਰੰਤ ਜੰਗਬੰਦੀ ਅਤੇ ਲੱਖਾਂ ਨਾਗਰਿਕਾਂ ਸਮੇਤ ਘਰਾਂ, ਸਕੂਲਾਂ ਤੇ ਹਸਪਤਾਲਾਂ ਦੀ ਸੁਰੱਖਿਆ ਕਰਨ ਦੀ ਅਪੀਲ ਵੀ ਕੀਤੀ ਗਈ। ਵੀਰਵਾਰ ਨੂੰ ਇਹ ਪ੍ਰਸਤਾਵ 5 ਦੇ ਮੁਕਾਬਲੇ 140 ਵੋਟਾਂ ਦੇ ਨਾਲ ਪਾਸ ਹੋ ਗਿਆ। ਇਸ ਪ੍ਰਸਤਾਵ ਦੇ ਵਿਰੋਧ 'ਚ ਵੋਟਿੰਗ ਕਰਨ ਵਾਲੇ 5 ਦੇਸ਼ਾਂ 'ਚ ਬੇਲਾਰੂਸ, ਸੀਰੀਆ, ਉੱਤਰੀ ਕੋਰੀਆ, ਆਸਟਰੀਆ ਅਤੇ ਰੂਸ ਸ਼ਾਮਲ ਹਨ। ਪ੍ਰਸਤਾਵ ਦੇ ਹਮਲੇ ਦੇ ਗੰਭੀਰ ਮਨੁੱਖੀ ਨਤੀਜਿਆਂ ਦੀ ਨਿੰਦਾ ਕਰਦਾ ਹੈ। ਪ੍ਰਸਤਾਵ 'ਚ ਕਿਹਾ ਗਿਆ ਹੈ ਕਿ ਅੰਤਰਰਾਸ਼ਟਰੀ ਸਮੂਹ ਨੇ ਪਿਛਲੇ ਕਈ ਦਹਾਕਿਆਂ 'ਚ ਇੰਨਾ ਵੱਡਾ ਮਨੁੱਖੀ ਸੰਕਟ ਯੂਰਪ 'ਚ ਨਹੀਂ ਦੇਖਿਆ। ਇਸ 'ਚ ਰੂਸ ਦੀ ਗੋਲਾਬਾਰੀ, ਹਵਾਈ ਹਮਲੇ ਅਤੇ ਦੱਖਣੀ ਸ਼ਹਿਰ ਮਾਰੀਓਪੋਲ ਸਮੇਤ ਸੰਘਣੀ ਆਬਾਦੀ ਵਾਲੇ ਸ਼ਹਿਰਾਂ ਦੀ ਘੇਰਾਬੰਦੀ ਦੀ ਨਿੰਦਾ ਵੀ ਕੀਤੀ ਗਈ ਹੈ। ਪ੍ਰਸਤਾਵ 'ਚ ਮਨੁੱਖੀ ਸਹਾਇਤਾ ਲਈ ਬਿਨਾਂ ਰੁਕਾਵਟ ਪਹੁੰਚ ਦੀ ਮੰਗ ਕੀਤੀ ਗਈ ਹੈ। ਚੀਨ 'ਚ ਹਾਦਸਾਗ੍ਰਸਤ ਹੋਏ ਇੱਕ ਜਹਾਜ਼ ਦੇ ਬਰਾਮਦ ਕੀਤੇ ਗਏ ਬਲੈਕ ਬਾਕਸ ਨੂੰ ਡੀਕੋਡ ਕਰਨ ਲਈ ਲੈਬੋਰੇਟਰੀ ਭੇਜ ਦਿੱਤਾ ਗਿਆ ਅਤੇ ਡਾਟਾ ਦਾ ਵਿਸ਼ਲੇਸ਼ਣ ਜਾਰੀ ਹੈ। ਚੀਨ ਦੇ ਨਾਗਰਿਕ ਜਹਾਜ਼ ਪ੍ਰਸ਼ਾਸਨ ਦੇ ਹਵਾਬਾਜ਼ੀ ਸੁਰੱਖਿਆ ਦਫ਼ਤਰ ਦੇ ਮੁਖੀ ਜੂ ਤਾਓ ਨੇ ਵੀਰਵਾਰ ਨੂੰ ਦੱਸਿਆ ਕਿ ਨੁਕਸਾਨੇ ਗਏ ਹਾਲਾਤ 'ਚ ਮਿਲੇ ਬਲੈਕ ਬਾਕਸ ਨੂੰ ਬੀਜਿੰਗ ਸਥਿਤ ਲੈਬੋਰੇਟਰੀ 'ਚ ਬੁੱਧਵਾਰ ਰਾਤ ਨੂੰ ਭੇਜਿਆ ਗਿਆ। ਇਸ ਬਲੈਕ ਬਾਕਸ 'ਚ ਕਾਕਪਿਟ ਰਿਕਾਰਡ ਜਾਂ ਇੰਜਣ ਦੀ ਆਵਾਜ਼, ਆਡੀਓ ਅਲਰਟ ਅਤੇ ਬੈਕਗ੍ਰਾਉਂਡ ਸਾਊਂਡ ਕੈਦ ਹੋ ਜਾਣਗੇ। ਇਸ ਦੇ ਮਿਲਣ ਨਾਲ ਦੁਰਘਟਨਾ ਦੇ ਉਚਿਤ ਕਾਰਨ ਦਾ ਪਤਾ ਚੱਲ ਸਕਦਾ ਹੈ। ਸਰਕਾਰੀ ਸਮਾਚਾਰ ਏਜੰਸੀ ਸ਼ਿਨਹੁਆ ਦੀ ਖਬਰ ਮੁਤਾਬਕ ਤਾਓ ਨੇ ਕਿਹਾ ਕਿ ਜਹਾਜ਼ ਬਲੈਕ ਬਾਕਸ ਨੂੰ ਲੱਭਣ ਲਈ ਦੱਖਣੀ ਚੀਨ 'ਚ ਨੇੜਲੇ ਵਿਆਪਕ ਖੇਤਰ 'ਚ ਖੋਜ ਮੁਹਿੰਮ ਚਲਾਈ ਜਾ ਰਹੀ ਹੈ। ਚੀਨ ਦੇ ਕੁਨਮਿੰਗ ਸ਼ਹਿਰ ਤੋਂ ਗੁਆਨਾ 'ਚ ਹੋ ਰਹੇ ਚਾਈਨਾ ਈਸਟਰਨ ਦਾ ਜਹਾਜ਼ ਬੋਇੰਗ 773 852 ਸ਼ਹਿਰ ਦੇ ਇੱਕ ਪਹਾੜੀ ਖੇਤਰ 'ਚ ਸੋਮਵਾਰ ਨੂੰ ਹਾਦਸਾਗ੍ਰਸਤ ਹੋ ਗਿਆ ਸੀ। ਜਹਾਜ਼ 'ਚ 132 ਲੋਕ ਸਵਾਰ ਸਨ, ਜਿਨ੍ਹਾਂ 'ਚੋਂ ਹੁਣ ਤੱਕ ਕਿਸੇ ਦਾ ਪਤਾ ਨਹੀਂ ਲੱਗ ਸਕਿਆ। ਬਾਈਡਨ ਪ੍ਰਸ਼ਾਸਨ ਨੇ ਅਮਰੀਕਾ ਦੀ ਦੱਖਣੀ ਸਰਹੱਦ ਰਾਹੀਂ ਆਉਣ ਵਾਲੇ ਸ਼ਰਨਾਰਥੀਆਂ ਦੇ ਦਾਅਵਿਆਂ ਦਾ ਨਿਪਟਾਰਾ ਕਰਨ ਲਈ ਵੀਰਵਾਰ ਨੂੰ ਨਵੀਂ ਪ੍ਰਕਿਰਿਆ ਦਾ ਪਰਦਾਫਾਸ਼ ਕੀਤਾ। ਉਮੀਦ ਹੈ ਕਿ ਇਸ ਨਾਲ ਸਾਲਾਂ ਦੀ ਥਾਂ ਮਹੀਨਿਆਂ 'ਚ ਮਾਮਲਿਆਂ ਦਾ ਨਿਪਟਾਰਾ ਹੋ ਜਾਵੇਗਾ। ਨਵੇਂ ਨਿਯਮ ਸ਼ਰਨ ਦੇਣ ਦੀ ਪ੍ਰਕਿਰਿਆ ਨੂੰ ਨਾਲ ਜੁੜੇ ਅਧਿਕਾਰੀਆਂ ਨੂੰ ਦਾਅਵਿਆਂ ਨੂੰ ਮਨਜ਼ੂਰੀ ਦੇਣ ਜਾਂ ਅਸਵੀਕਾਰ ਕਰਨ ਦਾ ਅਧਿਕਾਰ ਦਿੰਦੇ ਨੇ। ਇਹ ਅਜਿਹਾ ਅਧਿਕਾਰ ਹੈ ਜੋ ਮੈਕਸੀਕੋ ਦੇ ਨਾਲ ਲੱਗਦੀ ਸਰਹੱਦ ਤੇ ਆਉਣ ਵਾਲੇ ਲੋਕਾਂ ਲਈ ਇਮੀਗ੍ਰੇਸ਼ਨ ਜੱਜਾਂ ਤੱਕ ਸੀਮਤ ਹੈ। ਹੁਣ ਤੱਕ ਸ਼ਰਨ ਪ੍ਰਕਿਰਿਆ ਨਾਲ ਜੁੜੇ ਅਧਿਕਾਰੀਆਂ ਨੇ ਸਰਹੱਦ ਤੇ ਆਉਣ ਵਾਲਿਆਂ ਲਈ ਸਿਰਫ ਸ਼ਰਨ ਅਤੇ ਮਨੁੱਖੀ ਰਾਹਤ ਲਈ ਹੋਰ ਰੂਪਾਂ ਲਈ ਸ਼ੁਰੂਆਤੀ ਜਾਂਚ ਕੀਤੀ ਹੈ। ਬਦਲਾਅ ਦਾ ਦੂਰਗਾਮੀ ਪ੍ਰਭਾਵ ਹੋ ਸਕਦਾ ਹੈ, ਪਰ ਪ੍ਰਸ਼ਾਸਨ ਦੇ ਅਧਿਕਾਰੀਆਂ ਨੇ ਕਿਹਾ ਕਿ ਉਹ ਹੌਲੀ-ਹੌਲੀ ਅਤੇ ਵਾਧੂ ਸਰੋਤਾਂ ਦੇ ਬਿਨਾਂ ਇਸ ਪ੍ਰਕਿਰਿਆ ਨੂੰ ਸ਼ੁਰੂ ਕਰਨਗੇ। ਇਹ ਨਿਯਮ ਫੈਡਰਲ ਰਜਿਸਟਰ 'ਚ ਪ੍ਰਕਾਸ਼ਿਤ ਹੋਣ ਦੇ 60 ਦਿਨਾਂ ਤੋਂ ਬਾਅਦ ਪ੍ਰਭਾਵਿਤ ਹੋਵੇਗਾ ਔਰ ਸੰਯੁਕਤ ਰਾਸ਼ਟਰ ਸ਼ਰਨਾਰਥੀ ਏਜੰਸੀ ਮੁਤਾਬਕ 2017 ਤੋਂ ਸ਼ਰਨ ਚਾਹੁਣ ਵਾਲਿਆਂ ਲਈ ਅਮਰੀਕਾ ਦੁਨੀਆ ਦੀ ਸਭ ਤੋਂ ਲੋਕ ਪ੍ਰਸਿੱਧ ਮੰਜ਼ਿਲ ਰਹੀ ਹੈ, ਜਿਸ ਨਾਲ ਇਮੀਗ੍ਰੇਸ਼ਨ ਅਦਾਲਤਾਂ ਤੇ ਭਾਰੀ ਦਬਾਅ ਪਿਆ ਹੈ। ਅਦਾਲਤ 'ਚ ਪੈਂਡਿੰਗ ਮਾਮਲਿਆਂ ਦੀ ਗਿਣਤੀ 17 ਲੱਖ ਹੋ ਗਈ ਹੈ। ਗ੍ਰਹਿ ਸੁਰੱਖਿਆ ਮੰਤਰਾਲੇ ਔਰ ਗ੍ਰਹਿ ਸੁਰੱਖਿਆ ਮੰਤਰੀ ਐਲਜ਼ਾਂਦਰੋ ਮੇਅਰਸ ਨੇ ਕਿਹਾ ਕਿ ਸਾਡੀਆਂ ਸਰਹੱਦਾਂ ਤੇ ਸ਼ਰਨ ਦੇ ਦਾਅਵਿਆਂ ਨੂੰ ਸੰਭਾਲਣ ਦੀ ਮੌਜੂਦਾ ਪ੍ਰਣਾਲੀ ਨੂੰ ਲੰਬੇ ਸਮੇਂ ਤੋਂ ਸੁਧਾਰ ਦੀ ਲੋੜ ਹੈ। ਪੂਰਬੀ ਲਦਾਖ 'ਚ ਪਿਛਲੇ ਕਰੀਬ 2 ਸਾਲ ਤੋਂ ਚੱਲ ਰਹੇ ਤਣਾਅ ਕਾਰਨ ਚੀਨ ਦੇ ਵਿਦੇਸ਼ ਮੰਤਰੀ ਵਾਂਗ ਯੀ ਉੱਚ
ਪੱਧਰੀ ਤੌਰ ਤੇ ਵੀਰਵਾਰ ਸ਼ਾਮ ਭਾਰਤ ਪਹੁੰਚੇ। ਵਾਂਗ ਨੇ ਕਾਬੁਲ ਤੋਂ ਨਵੀਂ ਦਿੱਲੀ ਲਈ ਉਡਾਨ ਭਰੀ ਅਤੇ ਉਹ ਸ਼ੁੱਕਰਵਾਰ ਸਵੇਰੇ ਵਿਦੇਸ਼ ਮੰਤਰੀ ਐਸ ਜੈਸ਼ੰਕਰ ਅਤੇ ਰਾਸ਼ਟਰੀ ਸੁਰੱਖਿਆ ਸਲਾਹਕਾਰ ਅਜੀਤ ਡੋਵਾਲ ਦੇ ਨਾਲ ਗੱਲਬਾਤ ਕਰਨਗੇ। ਇਹ ਜਾਣਕਾਰੀ ਮਿਲੀ ਹੈ ਕਿ ਚੀਨ ਵਿਦੇਸ਼ ਮੰਤਰੀ ਦੀ ਅਨਿਯਮ ਯਾਤਰਾ ਦਾ ਮਕਸਦ ਯੂਕਰੇਨ ਤੇ ਰੂਸੀ ਹਮਲੇ ਦੇ ਮੱਦੇਨਜ਼ਰ ਬਣੇ ਭੂ ਰਾਜਨੀਤਿਕ ਹਾਲਾਤਾਂ 'ਚ ਚੀਨ ਦੀ ਇਹ ਇੱਕ ਵੱਡੀ ਭੂਮਿਕਾ ਨਿਭਾਉਣ ਨਾਲ ਸੰਬੰਧ ਹੈ। ਚੀਨ ਦੇ ਇਹ ਵੀ ਸੰਕੇਤ ਦਿੱਤੇ ਹੈ ਕਿ ਆਰਥਿਕ ਪਾਬੰਦੀਆਂ ਨਾਲ ਨਜਿੱਠਣ ਲਈ ਉਹ ਰੂਸ ਦੀ ਸਹਾਇਤਾ ਕਰਨ ਦੇ ਚਾਹਵਾਨ ਹਨ। ਗੱਲਬਾਤ 'ਚ ਭਾਰਤ ਦੇ ਪੂਰਬੀ ਲਦਾਖ ਸਰਹੱਦ ਵਿਵਾਦ ਨਾਲ ਆਪਣਾ ਧਿਆਨ ਹਟਾਉਣ ਦੀ ਸੰਭਾਵਨਾ ਵੀ ਹੈ। ਭਾਰਤ ਵੱਲੋਂ ਤਣਾਅ ਵਾਲੇ ਬਾਕੀ ਸਥਾਨਾਂ ਤੋਂ ਫੌਜੀਆਂ ਨੂੰ ਪੂਰੀ ਤਰ੍ਹਾਂ ਨਾਲ ਹਟਾਉਣ ਲਈ ਦਬਾਅ ਪਾਉਣ ਦੀ ਵੀ ਉਮੀਦ ਹੈ। ਵਾਂਗ ਅਤੇ ਡੋਵਾਲ ਦਰਮਿਆਨ ਬੈਠਕ ਦੀ ਸਰਹੱਦੀ ਮੁੱਦਿਆਂ ਤੇ ਵਿਆਪਕ ਚਰਚਾ ਹੋਣ ਦੀ ਸੰਭਾਵਨਾ ਹੈ, ਜੋ ਸਰਹੱਦੀ ਗੱਲਬਾਤ ਲਈ ਵਿਸ਼ੇਸ਼ ਪ੍ਰਤੀਨਿਧੀ ਦੇ ਰੂਪ ਵਿੱਚ ਕੰਮ ਕਰ ਰਹੇ ਨੇ। ਦੋਵਾਂ ਪੱਖਾਂ ਨੇ ਯਾਤਰਾ ਨੂੰ ਗੁਪਤ ਰੱਖਿਆ। ਫਿਲਹਾਲ ਇਹ ਸਪਸ਼ਟ ਨਹੀਂ ਹੈ ਕਿ ਭਾਰਤੀ ਪੱਖ ਵਾਂਗ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਮੁਲਾਕਾਤ ਦੀ ਸੁਵਿਧਾ ਪ੍ਰਦਾਨ ਕਰੇਗਾ। ਗੱਲਬਾਤ 'ਚ ਯੂਕਰੇਨ ਸੰਕਟ ਇੱਕ ਹੋਰ ਮੁੱਖ ਮੁੱਦਾ ਹੋਣ ਦੀ ਉਮੀਦ ਹੈ। ਯੂਕਰੇਨ ਤੇ ਰੂਸ ਦੇ ਮਹੀਨੇ ਭਰ ਤੋਂ ਜਾਰੀ ਹਮਲੇ ਦਾ ਕਿਤੇ ਜ਼ਿਆਦਾ ਮਜ਼ਬੂਤੀ ਨਾਲ ਜਵਾਬ ਦੇਣ 'ਚ ਤਾਲਮੇਲ ਕਰਨ ਲਈ ਬ੍ਰਸਲ 'ਚ ਅਮਰੀਕੀ ਰਾਸ਼ਟਰਪਤੀ ਜੋ ਬਾਈਡਨ ਦੇ ਮੁੱਖ ਸਹਿਯੋਗੀਆਂ ਦੇ ਨਾਲ ਮੁਲਾਕਾਤ ਕਰਨ ਦਰਮਿਆਨ ਇੱਕ ਨਵੇਂ ਸਰਵੇਖਣ 'ਚ ਇਹ ਪ੍ਰਦਰਸ਼ਿਤ ਹੋਇਆ ਹੈ ਕਿ ਅਮਰੀਕੀਆਂ ਦਾ ਉਹਨਾਂ ਦੀ ਅਗਵਾਈ ਦਾ ਸਮਰਥਨ ਕਰਨਾ ਅਜੇ ਬਾਕੀ ਹੈ। ਐਸੋਸੀਏਟ ਪ੍ਰੈਸ NORC ਸੈਂਟਰ ਫਾਰ ਪਬਲਿਕ ਅਫੇਅਰਸ ਰਿਸਰਚ ਨੇ ਵੀਰਵਾਰ ਨੂੰ ਜਾਰੀ ਸਰਵੇਖਣ ਮੁਤਾਬਕ ਰੂਸ ਦੇ ਬਾਰੇ 'ਚ ਚਿੰਤਾ ਕਾਫੀ ਵੱਧ ਗਈ ਹੈ ਅਤੇ ਸੰਘਰਸ਼ 'ਚ ਅਮਰੀਕਾ ਦੀ ਵੱਡੀ ਭੂਮਿਕਾ ਪਿਛਲੇ ਮਹੀਨੇ ਮਜ਼ਬੂਤ ਹੋਈ ਹੈ, ਪਰ ਬਾਈਡਨ ਦੀ ਨਕਾਰਾਤਮਕ ਰੇਟਿੰਗ ਲਈ ਨਹੀਂ ਘਟ ਰਹੀ। ਹਾਲਾਂਕਿ ਕੁਝ ਲੋਕ ਇਸ ਦੇ ਬਾਰੇ 'ਚ ਬਹੁਤ ਯਕੀਨਨ ਹਨ ਕਿ ਬਾਈਡਨ ਸੰਕਟ ਦਾ ਹੱਲ ਕਰ ਸਕਦੇ ਹਨ ਅਤੇ ਸਰਵੇਖਣ 'ਚ ਸ਼ਾਮਲ ਕੀਤੇ ਗਏ ਜ਼ਿਆਦਾਤਰ ਲੋਕਾਂ ਦਾ ਮੰਨਣਾ ਹੈ ਕਿ ਰੂਸ ਨਾਲ ਨਜਿੱਠਣ 'ਚ ਉਸ ਦੀ ਸਖਤੀ 'ਚ ਕਮੀ ਹੈ। ਸਰਵੇਖਣ 'ਚ ਸ਼ਾਮਲ ਕੀਤੇ ਗਏ ਸਿਰਫ 43% ਅਮਰੀਕੀਆਂ ਨੇ ਬਾਈਡਨ ਦਾ ਸਮਰਥਨ ਕੀਤਾ ਅਤੇ ਇੰਨੀ ਹੀ ਗਿਣਤੀ 'ਚ ਲੋਕਾਂ ਨੇ ਰੂਸ ਨਾਲ ਸੰਬੰਧਿਤ ਤੇ ਉਹਨਾਂ ਦੀ ਅਗਵਾਈ ਸਮਰਥਨ ਦੀ ਨਿੰਦਾ ਵੀ ਕੀਤੀ ਹੈ। ਉੱਥੇ ਹੀ 56% ਅਮਰੀਕੀਆਂ ਦਾ ਮੰਨਣਾ ਹੈ ਕਿ ਬਾਈਡਨ ਰੂਸ ਖਿਲਾਫ ਕਾਫੀ ਸਖਤ ਨਹੀਂ ਹਨ, ਜਦਕਿ 36% ਨੇ ਕਿਹਾ ਕਿ ਉਹਨਾਂ ਦਾ ਰੁਖ ਤਕਰੀਬਨ ਸਹੀ ਹੈ। ਇੱਥੇ ਤੱਕ ਕਿ ਬਾਈਡਨ ਹੋਰ ਕਾਰਵਾਈ ਕਰਨ ਲਈ ਆਪਣੀ ਹੀ ਪਾਰਟੀ ਤੋਂ ਦਬਾਅ ਦਾ ਸਾਹਮਣਾ ਵੀ ਕਰ ਰਹੇ ਨੇ। ਸਰਵੇਖਣ ਤੋਂ ਇਹ ਪ੍ਰਦਰਸ਼ਿਤ ਹੋਇਆ ਕਿ ਰਾਸ਼ਟਰਪਤੀ ਦੇ ਰੁਖ ਨੂੰ ਲੈ ਕੇ ਡੈਮੋਕ੍ਰੈਟਿਕ ਲਗਭਗ ਵੰਡੇ ਹੋਏ ਨੇ। ਉਹਨਾਂ ਚੋਂ 43% ਨੇ ਕਿਹਾ ਕਿ ਬਾਈਡਨ ਸਖਤ ਨਹੀਂ ਹਨ, ਜਦਕਿ 53% ਨੇ ਕਿਹਾ ਕਿ ਉਹ ਲਗਭਗ ਸਹੀ ਨੇ। ਯੂਕਰੇਨ ਦੇ ਰਾਸ਼ਟਰਪਤੀ ਵਲੋਦੀਮੀਰ ਜ਼ੈਲੈਂਸਕੀ ਨੇ ਯੂਰਪੀ ਕਾਉਂਸਲ ਸੰਮੇਲਨ ਨੂੰ ਸੰਬੋਧਨ ਕਰਦਿਆਂ ਉਹਨਾਂ ਨੇ ਆਪਣੇ ਦੇਸ਼ ਵਿੱਚ ਰੂਸ ਵੱਲੋਂ ਨੁਕਸਾਨਾਂ ਦਾ ਵੇਰਵਾ ਦਿੱਤਾ ਅਤੇ ਯੂਕਰੇਨ ਦੇ ਸਮਰਥਨ ਵਿੱਚ ਇਕਜੁੱਟ ਹੋਣ ਲਈ ਯੂਰਪ ਦਾ ਧੰਨਵਾਦ ਕੀਤਾ। ਇਸ ਤੋਂ ਬਾਅਦ ਉਹਨਾਂ ਨੇ ਆਪਣੀ ਸਪਸ਼ਟ ਸ਼ੈਲੀ ਵਿੱਚ ਯੂਰਪ ਦੇ ਨੇਤਾਵਾਂ ਨੂੰ ਕਿਹਾ ਕਿ ਉਹਨਾਂ ਨੇ ਰੂਸ ਨੂੰ ਰੋਕਣ ਵਿੱਚ ਬਹੁਤ ਦੇਰ ਕਰ ਦਿੱਤੀ ਹੈ। ਉਹਨਾਂ ਨੇ ਕਿਹਾ ਕਿ ਤੁਸੀਂ ਪਾਬੰਦੀਆਂ ਲਗਾਈਆਂ, ਅਸੀਂ ਧੰਨਵਾਦ ਕਰਦੇ ਹਾਂ। ਇਹ ਸ਼ਕਤੀਸ਼ਾਲੀ ਕਦਮ ਹੈ, ਪਰ ਇਸ ਵਿੱਚ ਥੋੜੀ ਦੇਰ ਹੋ ਗਈ ਹੈ। ਜੇਕਰ ਰੋਕ ਲਗਾਉਣ ਵਾਲੀਆਂ ਪਾਬੰਦੀਆਂ ਹੁੰਦੀਆਂ ਤਾਂ ਸ਼ਾਇਦ ਰੂਸ ਜੰਗ ਨਾ ਛੇੜਦਾ। ਉੱਤਰ ਪਾਕਿਸਤਾਨ ਦੇ ਲਾਹੌਰ ਵਿੱਚ ਚਰਚ ਦੇ ਕ੍ਰਾਸ ਤੇ ਚੜ੍ਹ ਕੇ ਇੱਕ ਵਿਅਕਤੀ ਨੇ ਇਸਲਾਮ ਦੇ ਸਮਰਥਨ ਦੇ ਵਿੱਚ ਨਾਅਰੇਬਾਜ਼ੀ ਕੀਤੀ, ਜਿਸ ਦੀ ਵੀਡੀਓ ਸੋਸ਼ਲ ਮੀਡੀਆ ਦੇ ਉੱਤੇ ਵਾਇਰਲ ਹੋ ਰਹੀ ਹੈ। ਇਹ ਵੀਡੀਓ ਲਾਹੌਰ ਦੀ ਨਿਸ਼ਤਰ ਤਹਿਸੀਲ ਦੀ ਹੈ। ਉਸਦੇ ਹੌਸਲੇ ਇਸ ਕਦਰ ਬੁਲੰਦ ਸਨ ਕਿ ਪੁਲਿਸ ਵੀ ਉਸ ਨੂੰ ਰੋਕ ਨਹੀਂ ਸਕੀ। ਉਸ ਦੇ ਸਾਥੀਆਂ ਨੇ ਸਥਾਨਕ ਈਸਾਈਆਂ ਨਾਲ ਹੱਥੋਂਪਾਈ ਵੀ ਕੀਤੀ। ਮੀਡੀਆ ਰਿਪੋਰਟ ਮੁਤਾਬਕ ਦੋਸ਼ੀ ਦਾ ਨਾਮ ਬਿਲਾਲ ਸਲੀਮ ਹੈ। ਪਹਿਲਾਂ ਉਹ ਚਰਚ ਦੇ ਨੇੜੇ ਮੌਜੂਦਾ ਇੱਕ ਫੈਕਟਰੀ ਦੀ ਛੱਤ ਤੇ ਪਹੁੰਚਿਆ। ਇਸ ਤੋਂ ਬਾਅਦ ਇੱਥੋਂ ਚਰਚ ਦੀ ਛੱਤ ਅਤੇ ਫਿਰ ਕ੍ਰਾਸ ਤੱਕ ਪਹੁੰਚ ਗਿਆ। ਇਸ ਦੇ ਬਾਅਦ ਲੋਹੇ ਦੇ ਕ੍ਰਾਸ ਤੇ ਬੈਠ ਕੇ ਨਾਅਰੇਬਾਜ਼ੀ ਕਰਨ ਲੱਗਾ। ਇਸ ਦੌਰਾਨ ਉੱਥੇ ਕਈ ਈਸਾਈ ਲੋਕ ਵੀ ਪਹੁੰਚ ਗਏ। ਦੋਸ਼ੀ ਦੀਆਂ ਹਰਕਤਾਂ ਤੋਂ ਪਰੇਸ਼ਾਨ ਲੋਕਾਂ ਨੇ ਪੁਲਿਸ ਨੂੰ ਫੋਨ ਕੀਤਾ। ਪੁਲਿਸ ਦੀ ਟੀਮ ਚਰਚ ਪਹੁੰਚੀ, ਪਰ ਬਿਲਾਲ ਨੂੰ ਕ੍ਰਾਸ ਤੋਂ ਹੇਠਾਂ ਉਤਾਰਨ ਵਿੱਚ ਨਾਕਾਮ ਰਹੀ। ਰਿਪੋਰਟਾਂ ਮੁਤਾਬਕ ਬਹੁਤ ਦੇਰ ਚੱਲੇ ਇਸ ਨਾਟਕ ਤੋਂ ਬਾਅਦ ਦੋਸ਼ੀ ਨੂੰ ਸਥਾਨਕ ਲੋਕਾਂ ਨੇ ਹੀ ਹੇਠਾਂ ਉਤਾਰਿਆ। ਪੁਲਿਸ ਨੇ ਬਿਲਾਲ ਦੇ ਖਿਲਾਫ ਕੇਸ ਦਰਜ ਕਰ ਲਿਆ ਹੈ। ਮਾਨਸਾ 'ਚ ਅਵਾਰਾ ਕੁੱਤਿਆਂ ਵੱਲੋਂ ਇੱਕ 2.5 ਸਾਲਾ ਮਾਸੂਮ ਬੱਚੀ ਤੇ ਹਮਲਾ ਕੀਤੇ ਜਾਣ ਕਾਰਨ ਮੌਤ ਹੋ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਪੀੜਤ ਪਰਿਵਾਰ ਅਨੁਸਾਰ ਸਿਵਲ ਹਸਪਤਾਲ 'ਚ ਉਸ ਨੂੰ ਇਲਾਜ ਲਈ ਲਿਜਾਇਆ ਗਿਆ ਸੀ, ਜਿੱਥੋਂ ਬੱਚੀ ਨੂੰ ਫਰੀਦਕੋਟ ਰੈਫਰ ਕਰ ਦਿੱਤਾ ਗਿਆ ਅਤੇ ਰਾਸਤੇ 'ਚ ਹੀ ਬੱਚੀ ਦੀ ਮੌਤ ਹੋ ਗਈ। ਜਾਣਕਾਰੀ ਅਨੁਸਾਰ ਰਮਦਿੱਤਾ ਚੌਂਕ ਨਜ਼ਦੀਕ ਜਵਾਹਰ ਕੇ ਰੋਡ DTO ਫੋਰਟ ਕੋਲ ਇੱਕ ਵਿਅਕਤੀ ਕ੍ਰਿਸ਼ਨ ਜੋ ਮਾਲੀ ਦਾ ਕੰਮ ਕਰਦਾ ਹੈ ਦੀ 2.5 ਸਾਲਾ ਬੱਚੀ ਅੰਮ੍ਰਿਤਾ ਜਦ ਘਰ ਅੱਗੇ ਖੇਡ ਰਹੀ ਸੀ ਤਾਂ ਇਸ ਦੌਰਾਨ ਅਵਾਰਾ ਕੁੱਤਿਆਂ ਨੇ ਝੁੰਡ ਨੇ ਉਸ ਤੇ ਹਮਲਾ ਕਰ ਦਿੱਤਾ, ਜਿਸ ਕਾਰਨ ਉਹ ਬੁਰੀ ਤਰ੍ਹਾਂ ਜ਼ਖਮੀ ਹੋ ਗਈ। ਪੀੜਤ ਮਾਪਿਆਂ ਨੇ ਦੱਸਿਆ ਕਿ ਉਹ ਸਿਵਲ ਹਸਪਤਾਲ ਬੱਚੀ ਨੂੰ ਇਲਾਜ ਲਈ ਲੈ ਗਏ ਅਤੇ ਉੱਥੇ ਮੈਡੀਕਲ ਕਲਾਸ ਫਰੀਦਕੋਟ ਰੈਫਰ ਕਰ ਦਿੱਤਾ ਗਿਆ।
पर बच्ची दी रास्ते 'ਚ ही मौत हो गई। वार्ड नंबर 26 ਦੇ ਕਾਉਂਸਲਰ ਕ੍ਰਿਸ਼ਨ ਕੁਮਾਰ ਨੇ ਕਿਹਾ ਕਿ ਮਾਲੀ ਕ੍ਰਿਸ਼ਨ ਕੁਮਾਰ ਕਿਰਾਏ ਤੇ ਰਹਿੰਦੇ ਸੀ। ਉਸ ਦੀ ਬੱਚੀ ਜਦ ਖੇਡ ਰਹੀ ਸੀ ਤਾਂ ਉਸ ਤੇ ਕੁੱਤਿਆਂ ਨੇ ਹਮਲਾ ਕਰ ਦਿੱਤਾ, ਪਰ ਜੇਕਰ ਹਸਪਤਾਲ 'ਚ ਇਲਾਜ ਸਹੀ ਸਮੇਂ ਤੇ ਹੋ ਜਾਂਦਾ ਤਾਂ ਉਸ ਦੀ ਜਾਨ ਬਚ ਜਾਂਦੀ। ਉਹਨਾਂ ਮੰਗ ਕੀਤੀ ਹੈ ਕਿ ਬੱਚੀ ਦੇ ਮਾਪਿਆਂ ਦੀ ਮਦਦ ਕੀਤੀ ਜਾਵੇ ਅਤੇ ਹਸਪਤਾਲ 'ਚ ਹਰ ਤਰ੍ਹਾਂ ਦੀਆਂ ਸਹੂਲਤਾਂ ਮੁਹੱਈਆ ਕਰਵਾਈਆਂ ਜਾਣ ਤਾਂ ਜੋ ਕਿਸੇ ਨੂੰ ਮੁਸ਼ਕਿਲ ਸਮੇਂ ਕਿਸੇ ਹੋਰ ਹਸਪਤਾਲ 'ਚ ਨਾ ਜਾਣਾ ਪਵੇ। ਜ਼ਿਲ੍ਹਾ ਸੈਸ਼ਨ ਜੱਜ ਰੁਪਿੰਦਰ ਚਾਹਲ ਦੀ ਅਦਾਲਤ ਵਿੱਚ ਮਨੀ ਲਾਂਡਰਿੰਗ ਅਤੇ ਨਾਜਾਇਜ਼ ਮਾਈਨਿੰਗ ਦੇ ਮਾਮਲੇ ਵਿੱਚ ਗ੍ਰਿਫਤਾਰ ਕੀਤੇ ਗਏ ਸਾਬਕਾ ਮੁੱਖ ਮੰਤਰੀ ਪੰਜਾਬ ਚਰਨਜੀਤ ਸਿੰਘ ਚੰਨੀ ਦੇ ਭਾਣਜੇ ਭੁਪਿੰਦਰ ਸਿੰਘ ਹਨੀ ਨੂੰ ਵੀਰਵਾਰ ਜੁਡੀਸ਼ੀਅਲ ਰਿਮਾਂਡ ਖਤਮ ਹੋਣ ਤੋਂ ਬਾਅਦ ਮੁੜ ਵੀਡੀਓ ਕਾਨਫਰੰਸਿੰਗ ਰਾਹੀਂ ਸੈਸ਼ਨ ਜੱਜ ਦੀ ਅਦਾਲਤ 'ਚ ਪੇਸ਼ ਕੀਤਾ ਗਿਆ, ਜਿੱਥੇ ਅਦਾਲਤ ਨੇ ਉਸ ਨੂੰ 6 ਅਪ੍ਰੈਲ ਤੱਕ 14 ਦਿਨਾਂ ਦਾ ਹੋਰ ਜੁਡੀਸ਼ੀਅਲ ਰਿਮਾਂਡ 'ਚ ਵਾਧਾ ਕਰਕੇ ਵੀਡੀਓ ਕਾਨਫਰੰਸਿੰਗ ਤੇ ਪੇਸ਼ ਕਰਨ ਦਾ ਹੁਕਮ ਦਿੱਤਾ। ਇੱਥੇ ਜ਼ਿਕਰਯੋਗ ਹੈ ਕਿ ਈਡੀ ਇਨਫੋਰਸਮੈਂਟ ਡਾਇਰੈਕਟੋਰੇਟ ਵੱਲੋਂ ਨਾਜਾਇਜ਼ ਮਾਈਨਿੰਗ ਅਤੇ ਮਨੀ ਲਾਂਡਰਿੰਗ ਦੇ ਮਾਮਲੇ ਵਿੱਚ ਭੁਪਿੰਦਰ ਸਿੰਘ ਹਨੀ ਨੂੰ ਗ੍ਰਿਫਤਾਰ ਕਰ 4 ਫਰਵਰੀ ਨੂੰ ਅਦਾਲਤ ਵਿੱਚ ਪੇਸ਼ ਕੀਤਾ ਗਿਆ ਸੀ ਅਤੇ ਈਡੀ ਦੀ ਟੀਮ ਨੇ ਹਨੀ ਕੋਲੋਂ 12 ਲੱਖ ਰੁਪਏ ਦੀ ਘੜੀ, 21 ਲੱਖ ਰੁਪਏ ਕੈਸ਼ ਅਤੇ ਕੀਮਤੀ ਗਹਿਣੇ ਸਮੇਤ ਹੋਰ ਵੀ ਸਮਾਨ ਬਰਾਮਦ ਕੀਤਾ ਸੀ। ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਬਰਗਾੜੀ ਵਿਖੇ ਹੋਈ ਬੇਅਦਬੀ ਮਾਮਲੇ ਵਿੱਚ ਵੱਡੀ ਖਬਰ ਸਾਹਮਣੇ ਆਈ ਹੈ। ਬੇਅਦਬੀ ਮਾਮਲੇ ਵਿੱਚ ਜਾਂਚ ਕਰਨ ਵਾਲੀ ਵਿਸ਼ੇਸ਼ ਜਾਂਚ ਟੀਮ ਵੱਲੋਂ ਡੇਰਾ ਸਿਰਸਾ ਮੁਖੀ ਗੁਰਮੀਤ ਰਾਮ ਰਹੀਮ ਨੂੰ ਬੇਅਦਬੀ ਸੰਬੰਧੀ ਦਰਜ FIR ਨੰਬਰ 128 ਅਤੇ ਵਿਵਾਦਤ ਪੋਸਟਰ ਲਗਾਉਣ ਦੇ ਮਾਮਲੇ ਸੰਬੰਧੀ ਦਰਜ ਮੁੱਖ ਦੋਸ਼ੀ ਵਜੋਂ ਨਾਮਜ਼ਦ ਕੀਤਾ ਗਿਆ। ਡੇਰਾ ਮੁਖੀ ਨੂੰ SIT ਗੁਰੂ ਗ੍ਰੰਥ ਸਾਹਿਬ ਦਾ ਸਰੂਪ ਚੋਰੀ ਕਰਨ ਦੇ ਮਾਮਲੇ ਸੰਬੰਧੀ ਦਰਜ FIR ਨੰਬਰ 63 ਵਿੱਚ ਪਹਿਲਾਂ ਹੀ ਨਾਮਜ਼ਦ ਕਰ ਚੁੱਕੀ ਹੈ। ਉਧਰ ਫਰੀਦਕੋਟ ਅਦਾਲਤ ਵੱਲੋਂ ਡੇਰਾ ਮੁਖੀ ਨੂੰ 4 ਮਈ 2022 ਨੂੰ ਸਵੇਰੇ 10 ਵਜੇ ਵੀਡੀਓ ਕਾਨਫਰੰਸਿੰਗ ਰਾਹੀਂ ਪੇਸ਼ ਹੋਣ ਦੇ ਹੁਕਮ ਵੀ ਦੇ ਦਿੱਤੇ ਨੇ। ਇਹ ਸੀ ਹੁਣ ਤੱਕ ਦੀਆਂ ਖਬਰਾਂ। ਤੁਸੀਂ ਦੇਖਦੇ ਰਹੋ ਪੰਜਾਬ ਮੇਲ USA TV। ਮੈਨੂੰ ਦਿਓ ਆਗਿਆ। ਧੰਨਵਾਦ।